इंशाअल्लाह बिस्मिल्लाह बिस्मिल्लाह। खालिद साहब की हाल है? बड़े दिनों बाद यारता हो रही है। कितना बच्चे ठीक है? ਤੁਹਾਡੀ सेहत ठीक है माशाअल्लाह? हाँ जी आए और खैर खैरियत है? जी आए सब। चलो माशाअल्लाह बहुत खुशी हुई। अस्सलाम वालेकुम जी प्यारे दोस्तों ਅੱਜ ਦਾ ਜਿਹੜਾ ਪ੍ਰੋਗਰਾਮ ਹੈ ਨਾ ਜੀ ਉਹ ਸਪੈਸ਼ਲੀ ਮੈਂ ਸੋਚਿਆ ਕਿ ਪੰਜਾਬੀ ਵਿੱਚ ਕਰਿਆ ਕਰਾਂਗੇ ਔਰ ਉਹ ਆਪਣੇ ਹਾਜੀ ਯੂਸਫ ਸਾਹਿਬ ਦੇ ਨਾਲ ਕਰਿਆ ਕਰਾਂਗੇ। ਹਾਜੀ ਯੂਸਫ ਸਾਹਿਬ ਦੀ ਜ਼ਿੰਦਗੀ ਇੱਕ ਬਹੁਤ ਵੱਡੀ ਕਿਤਾਬ ਆ। 35 ਸਾਲ ਅਰਬ 'ਚ ਰਹੇ, ਸਲਾਲਾ 'ਚ ਬੜੀ ਇਹਨਾਂ ਨੇ ਖਿਦਮਤ ਕੀਤੀ ਗਰੀਬਾਂ ਦੀ, ਬਹੁਤ ਖਿਦਮਤ ਕੀਤੀ। ਹੁਣ ਯੂਕੇ 'ਚ ਹੁੰਦੇ ਆ ਅਤੇ ਅਸੀਂ ਸਿਆਣੇ ਬੰਦੇ ਦੀਆਂ ਗੱਲਾਂ ਜਿਹੜੀਆਂ ਨਾ ਉਹ ਨਹੀਂ ਸੁਣਦੇ, ਨਾ ਉਹਦੇ ਅਮਲ ਕਰਦੇ। ਮੇਰੀ ਆਦਤ ਹੈ ਕਿ ਜਿੱਥੇ ਕੋਈ ਸਾਡੇ ਸਿਆਣੇ ਬੰਦੇ ਮੈਂ ਉਹਦੀ ਬੈਠਕ 'ਚ ਬਹਿਣਾ, ਉਹਨਾਂ ਕੋਈ ਚੀਜ਼ਾਂ ਸਮਝਦਾ ਸਿੱਖਦਾ। ਅਤੇ ਉਹ ਅਸੀਂ ਸੋਚਿਆ ਕਿ ਅਸੀਂ ਹਰ ਹਫ਼ਤੇ ਇੱਕ ਬੈਠਕ ਕਰਿਆ ਕਰਾਂਗੇ, ਉਹਦੇ 'ਚ ਅਸੀਂ ਕੋਈ ਨਾ ਕੋਈ ਟੌਪਿਕ ਲਿਆ ਕੇ ਉਹ 'ਤੇ ਡਿਸਕਸ ਕਰਿਆ ਕਰਾਂਗੇ। ਹਾਜੀ ਸਾਹਿਬ ਦੇ ਕੋਲੋਂ ਇਹਨਾਂ ਦਾ ਤਜਜ਼ੀਆ ਲਿਆ ਕਰਾਂਗੇ। ਹਾਜੀ ਸਿਆਣੇ ਬੰਦੇ ਸਿਆਣੀ ਗੱਲ ਕਰਨਗੇ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਟੌਪਿਕ ਹੈ ਜੀ ਕਿ ਇੱਕ ਖਤੂਨ ਨੇ ਮੈਨੂੰ ਫੋਨ ਕੀਤਾ। ਉਹ ਖਤੂਨ ਨੇ ਕਿਹਾ ਕਿ ਜੀ ਮੈਂ ਆਪਣਾ ਰਿਸ਼ਤਾ ਜਿਹੜਾ ਕਰਨਾ ਚਾਹੁੰਦੀ ਹਾਂ, 56 ਸਾਲ ਤੱਕ ਉਹਦੀ ਏਜ। ਅਤੇ ਮੈਂ ਉਹਨੂੰ ਪੁੱਛਿਆ ਵੀ ਤੇਰੇ ਫੈਮਿਲੀ ਦੇ ਮੁਤਲਕ ਪੁੱਛਿਆ ਉਹਨੂੰ ਕਿ ਮੇਰਾ ਜਿਹੜਾ ਹਸਬੈਂਡ ਗੁਜ਼ਰ ਗਿਆ ਅਤੇ ਲੇਕਿਨ ਮੈਂ ਹੁਣ ਚਾਹੁੰਦੀ ਕਿ ਮੈਂ ਸ਼ਾਦੀ ਕਰ ਲਾਂ। ਖੈਰ ਉਹਨੇ ਆਪਣੀ ਇੱਕ ਸਟੋਰੀ ਸੁਣਾਈ। ਉਹਨੇ ਕਿਹਾ ਜੀ ਕਿ ਮੈਂ ਕੁਛ ਥੋੜ੍ਹੀ ਜਿਹੀ ਮੇਰੇ ਤੋਂ ਵੀ ਗਲਤੀਆਂ ਹੋਈਆਂ, ਕੁਤਾਹੀਆਂ ਹੋਈਆਂ। ਮੇਰੇ ਹਸਬੈਂਡ ਨੇ ਮੈਨੂੰ ਸ਼ਾਦੀ ਕਰਕੇ ਪਾਕਿਸਤਾਨ ਮੰਗਵਾਇਆ। ਪਹਿਲੇ 10-15 ਸਾਲ ਇੱਥੇ ਉਹਨੇ ਮਿਹਨਤ ਕੀਤੀ। ਮੇਰੇ ਹਸਬੈਂਡ ਨੂੰ ਸ਼ੂਗਰ ਹੋ ਗਈ, ਬ੍ਰੇਨ ਦਾ ਮਸਲਾ ਬਣ ਗਿਆ, ਹੋਰ ਕਾਫੀ ਜਿਹੜੇ ਮਸਾਇਲ ਹੈਲਥ ਦੇ ਵੱਲ ਵੀ ਹੋਏ। ਲੇਕਿਨ ਜਦੋਂ ਮੈਨੂੰ ਬੁਲਾ ਲਿਆ ਇੱਥੇ, ਮੈਂ ਫਿਰ ਇੱਥੇ ਉਹਦੇ ਨਾਲ ਜ਼ਿੰਦਗੀ ਬੜੀ ਅੱਛੀ ਜ਼ਿੰਦਗੀ ਗੁਜ਼ਾਰੀ। ਅਤੇ ਲੇਕਿਨ ਵਿੱਚੋਂ ਕੁਛ ਮੇਰੀਆਂ ਕੁਤਾਹੀਆਂ ਲੜਕੀਆਂ ਨੇ ਦੱਸਿਆ, ਖਤੂਨ ਇੱਕ ਹੋਈਆਂ ਕਿ ਜੇ ਮੈਂ ਮੇਰੀ ਲੜਾਈ ਨਾਲ ਅਕਸਰ ਹੀ ਰਹੀ ਰਹਿੰਦੀ ਸੀਗੀ ਕਿ ਤੂੰ ਆਪਣੇ ਵਾਲਿदैन ਨੂੰ ਪੈਸੇ ਕਿਉਂ ਭੇਜਦਾ। ਇਸ ਗੱਲ ਤੋਂ ਮੇਰੀ ਅਕਸਰ ਲੜਾਈ ਰਹਿੰਦੀ ਸੀ। ਅਤੇ ਬਸ ਮੈਂ ਉਹ ਕਹਿੰਦੀ ਕਿ ਮੈਨੂੰ ਫੀਲ ਨਹੀਂ ਕੀਤਾ ਕਿ ਮੇਰੇ ਹਸਬੈਂਡ ਨੂੰ ਵੀ ਡਾਇਬਟੀਜ਼ ਹੈ, ਹੋਰ ਦਿਮਾਗ ਦਾ ਬ੍ਰੇਨ ਹੈਮਰੇਜ ਵਾਲੇ ਜਿਹੜੇ ਹਾਲਾਤ ਖਰਾਬ ਹੋ ਰਹੇ ਆ, ਹੋਰ ਸਾਰੇ ਮਸਾਇਲ ਹੈਗੇ ਹੈਲਥ ਇਸ਼ੂਜ਼। ਲੇਕਿਨ ਮੈਂ ਉਹ ਇੱਕ ਯਾਨੀ ਕਿ ਕਰਦੀ ਰਹੀ। ਲੇਕਿਨ ਇੱਕ ਵਕਤ ਆਇਆ ਕਿ ਉਹ ਦੁਨੀਆ ਤੋਂ ਚਲੇ ਗਿਆ। ਲੇਕਿਨ ਬਾਅਦ 'ਚ ਮੈਨੂੰ ਅਹਿਸਾਸ ਹੈ ਕਿ ਸ਼ਾਇਦ ਜਿਸ ਨੇ ਮੈਨੂੰ ਬੁਲਾਇਆ ਸੀ ਯੂਕੇ 'ਚ, ਜਿਹਨੇ ਮੈਨੂੰ ਅੱਛਾ ਟਾਈਮ ਦਿੱਤਾ ਸੀ, ਮੇਰੀ ਫੈਮਿਲੀ ਨਾਲ ਲੁੱਕ ਆਫਟਰ ਕੀਤਾ ਸੀ, ਮੈਂ ਉਹਨੂੰ ਉਹਦਾ ਦਿਲ ਦਿਖਾਇਆ। ਮੈਨੂੰ ਬੜੀ ਤਕਲੀਫ ਹੋਈ। ਖੈਰ ਉਹ ਚਲੇ ਜਾਣ ਤੋਂ ਬਾਅਦ ਮੈਨੂੰ ਅਹਿਸਾਸ ਮੇਰੇ ਉਸ ਬਾਅਦ ਫਿਰ ਜਦੋਂ ਉਹ ਚਲੇ ਗਏ ਅਤੇ ਮੈਂ ਚੁੱਕਿ ਉਹਦੀ ਜ਼ਿੰਦਗੀ 'ਚ ਆਪਣੇ ਬੱਚਿਆਂ ਨੇ ਮਿਲ ਕੇ ਉਹਨੂੰ ਲੜਦੀ ਹੁੰਦੀ ਸੀ। ਅਤੇ ਉਹਨੇ ਜਾਣ ਤੋਂ ਬਾਅਦ ਮੈਨੂੰ ਬੱਚਿਆਂ ਵੀ ਘਰੋਂ ਬਾਹਰ ਕੱਢ ਦਿੱਤਾ, ਕਿਉਂਕਿ ਉਹਦੀ ਬੇਟੀ ਦੀ ਸ਼ਾਦੀ ਕੀਤੀ ਜਿਹੜੀ ਬੇਗਮ ਆਈ, ਉਹ ਆ ਕੇ ਸਿੱਧੇ ਮੂੰਹ ਗੱਲ ਨਹੀਂ ਕਰ ਰਹੀ ਸੀ, ਮੇਰੇ ਅਗੇਂਸਟ ਕਰਦੀ ਸੀ ਪੁੱਤ ਨੂੰ। ਖੈਰ ਮੈਂ ਹੁਣ ਕੌਂਸਲ ਦੇ ਕਹਿੰਦੀ ਘਰ 'ਚ ਨਹੀਂ ਹਾਂ ਅਤੇ ਮੈਂ ਹੁਣ ਸ਼ਾਦੀ ਕਰਨਾ ਚਾਹੁੰਦੀ ਹਾਂ। ਇੱਥੇ ਅਸੀਂ ਹਾਜੀ ਸਾਹਿਬ ਨੇ ਗੱਲ ਕਰਾਂਗੇ ਕਿ ਅਕਸਰ ਘਰਾਂ 'ਚ ਮਸਲਾ ਰਹਿੰਦਾ ਕਿ ਜਿਹੜੀਆਂ ਖਵਾਤੀਨ ਨੇ ਉਹ ਰੋਕਦੀਆਂ ਨੇ ਬੰਦਿਆਂ ਨੂੰ ਕਿ ਤੁਸੀਂ ਪੇਰੈਂਟਸ ਨੂੰ ਪੈਸੇ ਨਾ ਕਰ ਲਓ ਜਾਂ ਵਾਲਿदैन ਨੂੰ ਨਾ ਕਰ ਲਓ। ਇਹਦੇ 'ਚ ਕਿ ਮੇਰਾ ਜ਼ਾਤੀ ਖਿਆਲ ਵੀ ਹੈ ਕਿ ਤੁਸੀਂ ਜਦੋਂ ਪੈਸਾ ਵੰਡਦੇ ਹੋ ਨਾ, ਕਿਸੇ ਨੂੰ ਭੈਣ ਭਰਾ ਨੂੰ ਦਿੰਦੇ ਹੋ, ਤਾਂ ਅੱਲਾ ਮੀਆਂ ਉਸ ਪੈਸੇ 'ਚ ਬਰਕਤ ਪਾਉਂਦਾ ਹੈਗਾ। ਜਦੋਂ ਤੁਸੀਂ ਹੱਥ ਰੋਕਦੇ ਹੋ ਨਾ ਕਿਸੇ ਵਾਸਤੇ, ਤੁਹਾਡਾ ਹੱਥ ਰੋਕ ਅੱਲਾ ਮੀਆਂ ਤੇਰਾ ਹੱਥ ਰੋਕ ਲੈਂਦਾ। ਔਰ ਮੇਰਾ ਖਿਆਲ ਹੈ ਕਿ ਉਸ ਔਰਤ ਨੂੰ ਇਹ ਨਹੀਂ ਕਰਨਾ ਚਾਹੀਦਾ ਸੀਗਾ। ਕੀ ਹੋਏਗਾ ਹਸਬੈਂਡ ਦੇਖੋ ਉਹਨੇ ਤਕਲੀਫਾਂ ਆਪਣੇ ਹਸਬੈਂਡ ਨੂੰ ਦਿੰਦੀ ਰਹੀ, ਜ਼ਾਹਰ ਦਿਨੀ ਤੌਰ 'ਤੇ ਉਹ ਇੱਕ ਵਕਤ ਸੀ ਬਰਦਾਸ਼ਤ ਕਰਦਾ ਰਿਹਾ। ਅਤੇ ਜਿਸ ਤਰ੍ਹਾਂ ਬਹੁਤ ਜ਼ਿਆਦਾ ਤਕਲੀਫਾਂ ਦਿੱਤੀਆਂ, ਆਲਰੇਡੀ ਬਿਮਾਰ ਵੀ ਸੀ। ਅਤੇ ਜਿਹੜੀ ਡਾਇਬਟੀਜ਼ ਦੀ ਟੈਨਸ਼ਨ ਹੁੰਦੀ ਹੈ, ਬ੍ਰੇਨ ਹੈਮਰੇਜ ਦੀ ਟੈਨਸ਼ਨ ਹੁੰਦਾ ਹੈ। ਜਦੋਂ ਉਹ ਖਤੂਨ ਨੇ ਤਕਲੀਫਾਂ ਦਿੱਤੀਆਂ ਤਾਂ ਉਹ ਇੱਕ ਵਕਤ ਆਇਆ ਕਿ ਬੰਦਾ ਵਕਤ ਤੋਂ ਪਹਿਲੇ ਚਲਾ ਗਿਆ। ਅੱਜ ਵਿਚਾਰੀ ਰੁਲਦੀ ਫਿਰਦੀ ਹੈ। ਹਾਜੀ ਸਾਹਿਬ ਤੁਸੀਂ ਦੱਸੋ, ਇਸ ਯੂਕੇ ਦੇ ਅੰਦਰ ਰਹਿ ਕੇ ਅਕਸਰ ਘਰਾਂ ਦੇ ਜਿਹੜੇ ਮਸਾਇਲ ਹੈ ਨਾ ਉਹ ਇੱਥੇ ਸ਼ੁਰੂ ਹੁੰਦੇ ਕਿ ਪੈਸੇ ਪਾਕਿਸਤਾਨ ਕਿਉਂ ਕਰ ਲਏ? ਉਹ ਮੇਰੀ ਗੱਲ ਸੁਣੋ, ਉਹ ਜਿਹੜੀ ਮਾਈ ਹੈ ਨਾ, ਹੁਣ ਸਮਝੋ ਘਰੋਂ ਬੇਕਾਰ ਹੋ ਗਈ, ਉਸਨੇ ਆਪਣੇ ਬੰਦੇ ਦੀ ਖਿਦਮਤ ਨਹੀਂ ਕੀਤੀ। ਦੇਖੋ ਮੇਰੀ ਗੱਲ ਸੁਣੋ, ਜਿਵੇਂ ਉਹਨੂੰ ਲੈ ਕੇ ਆਇਆ ਸੀ ਪਾਕਿਸਤਾਨ ਤੋਂ ਜੀ, ਅਗਰ ਉਹ ਆਪਣੇ ਮਾਂ ਬਾਪ ਨੂੰ ਪੈਸੇ ਭੇਜਦਾ ਸੀ ਤਾਂ ਉਹਦਾ ਹੱਕ ਆ। ਮਾਂ ਬਾਪ ਨੇ ਉਹਨੂੰ ਪੜ੍ਹਾਇਆ, ਉਹਨੂੰ ਲਿਖਾਇਆ, ਫਿਰ ਉਹਨੂੰ ਇੰਗਲੈਂਡ ਭੇਜਿਆ। ਅਤੇ ਜੇ ਅਗਰ ਉਹ ਆਪਣੇ ਮਾਂ ਬਾਪ ਨੂੰ ਪੈਸੇ ਭੇਜਦਾ ਸੀ ਤਾਂ ਉਹਦਾ ਹੱਕ ਆ ਜੀ। ਇਹ ਸੁਨਨਤ ਰਸੂਲ ਵੀ ਆ ਕਿ ਮਾਂ ਬਾਪ ਦੀ ਖਿਦਮਤ ਕਰੋ। ਸੁਬਾਹ ਉੱਠੋ, ਉੱਠ ਕੇ ਮਾਂ ਬਾਪ ਦਾ ਚਿਹਰਾ ਦੇਖ ਲਓ ਅਤੇ ਉਮਰੇ ਜਿੰਨਾ ਸੁਬਾਹ ਵਾਹ। ਇਹ ਸੁਨਨਤ ਹਦੀਸ ਆ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ। ਇਹ ਜਿਹੜੀ ਔਰਤ ਦੀ ਤੁਸੀਂ ਸਾਨੂੰ ਹੁਣ ਗੱਲ ਸੁਣਾਈ ਆ, ਇਹ ਤਾਂ ਅਫਸੋਸ ਇਹੀ ਆ ਕਿ ਔਰਤ ਆਈ, ਹੁਣ ਬੱਚੇ ਉਹਦੇ ਕਿਉਂ ਨਹੀਂ ਕਦਰ ਕਰਦੇ? ਬੱਚੇ ਜਿਹੜੇ ਹੁੰਦੇ ਆ ਨਾ ਜੀ, ਇਹ ਇੱਕ ਕੈਮਰਾ ਘਰ 'ਚ ਜੀ ਛੋਟੇ ਸੀ, ਜਦੋਂ ਥੋੜ੍ਹਾ ਜਿਹਾ ਉਹਨਾਂ ਨੂੰ ਸ਼ੌਰ ਹੁੰਦਾ, ਉਹਨਾਂ ਦੇ ਸਮਝੇ ਕਿ ਕੰਪਿਊਟਰ 'ਚ ਉਹਨਾਂ 'ਚ ਹਰ ਚੀਜ਼ ਜਿਹੜੀ ਹੈ ਨਾ ਫੀਡ ਹੋ ਰਹੀ ਹੈ ਜੀ।
ਉਹ ਆਪਣੀ ਮਾਂ ਨੂੰ ਦੇਖਦੇ ਰਹੇ ਕਿ ਇਹ ਸਾਡੇ ਵਾਲਦ ਨਾਲ ਕਿੱਦਾਂ ਸਲੂਕ ਕਰਦੀ ਆ, ਇਹ ਕੀ ਕਰਦੀ ਆ, ਜ਼ਿਆਦਤੀ ਕੀ ਕੀਤੀ, ਉਹਦੀ ਖਿਦਮਤ ਨਹੀਂ ਕੀਤੀ। ਬੱਚੇ ਨੇ ਤਾਂ ਹਰ ਚੀਜ਼ ਦੇਖੀ ਆ। ਹਾਂਜੀ। ਅਖੀਰ ਉਹ ਜਿਹੜਾ ਪਾਕਿਸਤਾਨ 'ਚੋਂ ਇੰਗਲੈਂਡ ਆਇਆ ਸੀ, ਉਹਨੂੰ 15 ਸਾਲ 18 ਸਾਲ ਮਿਹਨਤ ਕੀਤੀ। ਇੱਥੇ 24 ਘੰਟੇ 20 ਘੰਟੇ ਲੋਕ ਕੰਮ ਕਰਦੇ ਆ, ਰਾਤ ਦਿਨ ਮਿਹਨਤ ਕਰਕੇ ਆਪਣੀ ਜਾਇਦਾਦ ਬਣਾਈ, ਬੱਚੇ ਪਾਲਣੇ। ਉਹਨੇ ਆਪਣੀ ਬੇਗਮ ਨੂੰ ਤਾਂ ਨਹੀਂ ਤਕਲੀਫ ਦਿੱਤੀ ਜੀ। ਅਗਰ ਉਹ ਕਮਾਉਂਦਾ ਰਹਿ ਗਿਆ ਪੈਸੇ, ਆਪਣੀ ਬੇਗਮ ਨੂੰ ਬੱਚੇ ਨੂੰ ਵੀ ਖੁਸ਼ ਰੱਖਿਆ ਜੀ। ਅਗਰ ਉਹ ਘਰ ਪੈਸੇ ਭੇਜਦਾ ਸੀ ਤਾਂ ਉਹਦਾ ਹੱਕ ਬਣਦਾ ਜੀ। ਅੱਜ ਸਮਝ। ਉਹ ਖੈਰ ਇਹ ਜ਼ਿਆਦਤੀ ਹੈ ਮਾਈ ਦੀ। ਮਾਈ ਨੇ ਉਹਦੀ ਖਿਦਮਤ ਨਹੀਂ ਕੀਤੀ। ਅੱਲਾਹ ਤਾਲਾ ਬੜਾ ਰਹੀਮੋ ਕਰੀਮ ਆ। ਇਹ ਅੱਲਾ ਮੀਆਂ ਵੀ ਦੇਖਦਾ ਬੰਦੇ ਨੂੰ। ਹਾਂਜੀ। ਕੋਈ 4 ਭਰਾ ਸੀ ਨਾ। ਹਾਂਜੀ। ਤੇ ਉਹਨਾਂ ਦੀ ਵਾਲਦਾ ਫੌਤ ਹੋ ਗਈ। ਹਾਂਜੀ। ਹੁਣ 4 ਭਰਾ ਰਹਿ ਗਏ। ਹੁਣ ਉਹ ਬਾਬਾ ਸੀ, ਉਹਨਾਂ ਨੇ ਕਿਹਾ ਜੀ ਇਹਨੂੰ ਸਾਂਭੇ ਕੌਣ ਬਾਬੇ ਨੂੰ। ਹਾਂਜੀ। ਉਹ 4 ਭਰਾ ਉਹ ਕਹਿੰਦਾ ਤੂੰ ਸਾਂਭ, ਉਹ ਕਹਿੰਦਾ ਤੂੰ ਸਾਂਭ, ਉਹ ਕਹਿੰਦਾ ਤੂੰ ਸਾਂਭ, ਉਹ ਕਹਿੰਦਾ ਵੀ ਇਵੇਂ ਕਰ ਲਓ, ਮੈਂ ਨਹੀਂ ਸਾਂਭਣਾ, ਇੱਦਾਂ ਕਰੋ ਮਹੀਨਾ ਹਰ ਕੋਈ ਸਾਂਭੇ। ਹਾਂਜੀ। ਉਹ ਬੁੱਢਾ ਬੰਦਾ ਸੀ, ਉਹਦੀ ਹਰ ਇੱਕ ਨੇ ਮਹੀਨਾ ਉਹਨੂੰ ਰੱਖ ਲਿਆ। ਉਹ ਹੁਣ ਜਿਹੜਾ ਛੋਟਾ ਸੀ ਉਹਦੇ ਘਰ ਮਹੀਨਾ ਜਿੱਦਣ ਆਇਆ ਨਾ, ਹੁਣ ਬਾਬਾ ਸੀ, ਬੁੱਢਾ ਬੰਦਾ ਸੀ, ਉਹ ਖੰਗੇ। ਹਾਂਜੀ। ਉਹ ਖੰਗੇ ਤੇ ਉਹ ਆਪਣੀ ਸਵੇਰ ਨੂੰ ਉੱਠ ਕੇ ਕਹਿੰਦੇ ਵੀ ਇਹ ਜਿਹੜਾ ਬਾਬਾ ਨਾ ਇਹ ਖੰਗਦਾ ਬਹੁਤ ਆ, ਸਾਨੂੰ ਰਾਤ ਨੀਂਦ ਨਹੀਂ ਆਉਂਦੀ, ਇਹਦਾ ਕੋਈ ਇੰਤਜ਼ਾਮ ਕਰੋ, ਹਾਂਜੀ। ਇਹਨੂੰ ਕੱਢੋ। ਉਹ ਕਹਿਣ ਲੱਗਾ ਮੇਰਾ ਮਾਂ ਬਾਪ ਆ, ਇਹ ਬਾਪ ਆ ਮੇਰਾ, ਸ਼ਾਦੀ ਕੀਤੀ, ਪੜਾਇਆ ਲਿਖਾਇਆ, ਇਹਨੂੰ ਕਿੱਥੇ ਕਰੀ। ਉਹਨੇ ਕਿਹਾ ਨਹੀਂ ਅਸੀਂ ਨਹੀਂ ਇਹਨੂੰ ਰੱਖਣਾ। ਹੁਣ ਆਪਣੇ ਭਰਾ ਸੱਦ ਲੈ, ਸੱਦ ਕੇ ਉਹਨਾਂ ਨਾਲ ਬਹਿ ਕੇ ਗੱਲਬਾਤ ਕੀਤੀ। ਯਾਰ ਗੱਲ ਇਹ ਆ, ਇਹ ਜਿਹੜੀ ਮੇਰੀ ਬੀਵੀ ਆ ਨਾ, ਉਹ ਕਹਿੰਦੀ ਵੀ ਅਸੀਂ ਨਹੀਂ ਰੱਖਣਾ। ਉਹਨਾਂ ਨੇ ਕਿਹਾ ਯਾਰ ਇੱਦਾਂ ਗੱਲ ਰੱਖਣਾ ਤਾਂ ਮਹੀਨਾ ਹਰ ਇੱਕ ਨੇ ਹੈ, ਲੇਕਿਨ ਚਲੋ ਤੁਸੀਂ ਐਵੇਂ ਕਰਦੇ ਹਾਂ, ਆਪਾਂ ਇਹਦੇ ਵੀ ਕੋਈ ਆਪਾਂ ਇਲਾਜ ਕਰਦੇ ਹਾਂ, ਸੋਚਦੇ ਨੇ ਮਤਲਬ। ਉਹ ਜਨਾਬ ਦੀ ਰਾਤ ਹੋਈ, ਉਹਨਾਂ ਨੇ ਸਲਾਹ ਕੀਤੀ ਵੀ ਇਹਨੂੰ ਕਹਿੰਦੇ ਨਾਲ ਦਰਿਆ ਵਗਦਾ ਸੀ, ਉੱਥੇ ਸੁੱਟ ਦਿੰਦੇ ਆਪਾਂ ਬਾਪ ਆਪਣੇ ਨੂੰ। ਉਹ ਮੁੰਡਾ ਜਿਹੜਾ ਛੋਟਾ ਭਰਾ ਸੀ, ਉਹ ਕਿਹਾ ਠੀਕ ਹੈ ਯਾਰ, ਇਹਦੇ ਕੋਲੋਂ ਜਾਨ ਛਡਾਓ, ਸਾਡੇ ਦੇ ਘਰ ਲੜਾਈ ਪੈਂਦੀ, ਬੁੜੀਆਂ ਰਾਜ਼ੀ ਨਹੀਂ। ਉਹਨਾਂ ਨੇ ਰਾਤ 12-1 ਵਜੇ 4 ਭਰਾ ਇਕੱਠੇ ਹੋਏ, ਮੰਜੀ ਚੁੱਕ ਲਈ, ਚੁੱਕ ਕੇ ਤੋਂ ਤੁਰ ਪਏ। ਉਹ ਹੁਣ ਬਾਬਾ ਦਾ ਬੁੱਢਾ ਬੰਦਾ ਸੀ, ਉਹਨੂੰ ਕਿਹਾ ਕਿੱਥੇ ਚੱਲੇ, ਕਹਿੰਦੇ ਤੈਨੂੰ ਨਾ ਅਸੀਂ ਮਾਸੀ ਦੇ ਘਰ ਚੱਲੇ, ਉੱਥੇ ਉਹ ਕਹਿੰਦੇ ਜੀ ਹਫ਼ਤਾ ਸਾਡੇ ਵੱਲ ਵੀ ਰਹਿ ਲਾ, ਤੈਨੂੰ ਛੱਡ ਆਈਏ ਉੱਥੇ। ਹੁਣ ਉਹ ਬੁੱਢਾ ਮੰਜੀ ਤੇ ਲੰਮਾ ਪਿਆ, ਉਹ ਚੁੱਕ ਕੇ ਤੁਰ ਪਿਆ। ਜਦੋਂ ਦਰਿਆ ਤੇ ਪਹੁੰਚੇ ਨਾ, ਉਹ ਬਾਬੇ ਨੂੰ ਦਿਲ 'ਚ ਖੁੜਕ ਪੈ ਗਈ ਵੀ ਇਹ ਤੇ ਮੈਨੂੰ ਹੁਣ ਦਰਿਆ ਸੁੱਟੂਆ। ਉਹਨੂੰ ਜਦੋਂ ਦਰਿਆ ਦੇ ਵਿੱਚ ਜਗ੍ਹਾ ਬਣੀ ਹੁੰਦੀ ਜਿੱਥੇ ਮਾਲ ਡੰਗਰ ਪਾਣੀ ਪੀਂਦੇ ਆ, ਉਹ ਉੱਥੇ ਵੀ ਗਏ ਨਾ, ਤਾਂ ਉਹ ਫਿਰ ਆਪੇ 'ਚੋਂ ਗੱਲਾਂ ਵੀ ਕਰਦੇ ਸੀ ਵੀ ਇਹ ਜਗ੍ਹਾ ਚੰਗੀ ਹੈ, ਇੱਥੇ ਇਹਨੂੰ ਸੁੱਟੀਏ, ਇੱਥੇ ਫਟਕਾ ਦਿੰਦੇ। ਆਹੋ। ਉਹ ਕਹਿਣ ਲੱਗਾ ਗੱਲ ਇਹ ਪੁੱਤ ਇੱਥੇ ਨਾ ਮੈਨੂੰ ਸੁੱਟੋ। ਉਹਨਾਂ ਨੇ ਕਿਹਾ ਕਿਉਂ? ਉਹਨੇ ਕਿਹਾ ਮੈਂ ਇੱਥੇ ਆਪਣੇ ਪਿਓ ਨੂੰ ਸੁੱਟਿਆ ਸੀ, ਤੁਸੀਂ ਅਗਲਾ ਜਿਹੜਾ ਨਾ ਉਹਦੇ ਅਗਲਾ ਘੇਰ ਉੱਥੇ ਮੈਨੂੰ ਸੁੱਟੋ। ਉਹ ਉਹਨਾਂ ਨੇ ਫਿਰ ਲੈ ਉਹ ਗਾਂ ਨੂੰ ਤੁਰ ਪਏ। ਤੁਰੇ ਨੇ ਫਿਰ ਆਪੇ ਸਲਾਹ ਕੀਤੀ। ਉਹਨਾਂ ਨੇ ਕਿਹਾ ਪਾਗਲੋ, ਇਹਨਾਂ ਆਪਣੇ ਪਿਓ ਨੂੰ ਸੁੱਟਿਆ ਸੀ ਤੇ ਹੁਣ ਕੱਲ੍ਹ ਨੂੰ ਅਸੀਂ ਸੁੱਟਿਆ ਤੇ ਸਾਡੇ ਬੁੜਿਆਂ ਨੇ ਵੀ ਇਹਨੂੰ ਸੁੱਟਣਾ, ਸਾਨੂੰ ਸੁੱਟਣਾ ਜੇ ਆਪਾਂ ਇਹਨੂੰ। ਉਹ ਮੁੜ ਕੇ ਕਰ ਲੈ ਗਏ। ਗੱਲ ਇਹ ਆ ਬੇਟਾ, ਜਿਹੜਾ ਘਰ ਦਾ ਸਰਬਰਾਹ ਹੈ, ਉਹ ਪੂਰੀ ਜ਼ਿੰਦਗੀ ਕਮਾਇਆ, ਹੁਣ ਮਿਹਨਤ ਕੀਤੀ, ਤੁਹਾਨੂੰ ਖੁਸ਼ਹਾਲ ਰੱਖਿਆ, ਤੇ ਜੇ ਅਖੀਰ 'ਚ ਹੁਣ ਤੁਹਾਡੀ ਖਿਦਮਤ ਤੁਸੀਂ ਨਹੀਂ ਕਰਨੀ ਤਾਂ ਉਹ ਕਿੱਥੇ ਜਾਊਗਾ? ਇਹ ਤੁਹਾਡੇ ਬੱਚਿਆਂ ਤੇ ਬੀਵੀ ਤੇ ਹੱਕ ਆ, ਉਸ ਬੰਦੇ ਦੀ ਖਿਦਮਤ ਕਰੋ। ਫਿਰ ਮੀਆਂ ਬੀਵੀ ਗੱਡੀ ਦੇ ਪਹੀਏ ਆ, ਮੀਆਂ ਬੀਵੀ ਇੱਕ ਦੂਸਰੇ ਦਾ ਲਿਬਾਸ ਆ। ਉਹ ਬੀਵੀ ਜੰਨਤੀ ਹੋ ਜਿਸ ਬੀਵੀ ਨੇ ਆਪਣੇ ਖਾਮਦ ਦੀ ਖਿਦਮਤ ਕੀਤੀ। ਉੱਤੇ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਉਹ ਔਰਤ ਜੰਨਤੀ ਆ। ਜਿਸ ਔਰਤ ਨੇ ਆਪਣੇ ਬੰਦੇ ਨਾਲ ਬਦ ਅਖਲਾਕੀ ਨਹੀਂ ਕੀਤੀ, ਆਪਣੇ ਬੰਦੇ ਦੀ ਖਿਦਮਤ ਕੀਤੀ ਹੈ, ਉਹ ਸਮਝੋ ਉਹ ਔਰਤ ਜੰਨਤੀ ਹੈ। ਹੁਣ ਇਹ ਜਿਹੜੀ ਔਰਤ ਆ ਜਿਹਦੀ ਤੁਸੀਂ ਮੈਨੂੰ ਗੱਲ ਸੁਣਾਈ ਹੈ, ਭਾਈ ਜੀ, ਇਹ ਤਾਂ ਨਾ ਤੇ ਜੰਨਤ ਖਰੀਦ ਸਕੀ, ਇਹਨੂੰ ਉਹਦੇ ਨਾਲ ਜ਼ਿਆਦਤੀਆਂ ਕੀਤੀਆਂ। ਉਹ ਵੀ ਜਾਣ ਲੱਗਾ, ਲਿਖ ਕੇ ਵੀ ਰੱਖ ਗਿਆ ਵੀ ਜਿਹੜੀ ਮੇਰੀ ਜਾਇਦਾਦ ਮੈਂ ਨਾ ਆਪਣੇ ਪੁੱਤਾਂ ਨੂੰ ਦੇਣਾ ਚਾਹੁੰਦਾ, ਨਾ ਇਹਨੂੰ ਦੇਣਾ ਚਾਹੁੰਦਾ, ਉਹ ਤੁਸੀਂ ਚਾਰਟ 'ਚ ਦੇ ਦਿਓ। ਅੱਛਾ, ਤੇ ਉਹ ਜ਼ਿਆਦਤੀ ਤੇ ਪੁੱਤਰ ਇਹ ਇਹਨਾਂ ਦੀ ਬੀਵੀ ਦੀ ਆ।
ਬੱਚੇ ਕਿਉਂ ਇਹ ਤੋਂ ਨਫ਼ਰਤ ਕਰਦੇ? ਬੱਚਿਆਂ ਨੇ ਹਰ ਚੀਜ਼ ਦੇਖੀ ਹੈ, ਬੱਚਿਆਂ ਨੇ ਦੇਖਿਆ ਵੀ ਇਹ ਸਾਡੇ ਬਾਪ ਨਾਲ ਕੀ ਕਰਦੀ ਰਹੀ ਹੈ। ਉਹ ਬੱਚੇ ਤਾਂ ਇਹ ਜ਼ੇਰ ਕਿ ਸਾਡੇ ਬਾਪ ਨਾਲ ਇਸ ਨੇ ਬਹੁਤ ਬੜੀ ਜ਼ਿਆਦਤੀ ਕੀਤੀ, ਉਹ ਇਸ ਵਾਸਤੇ ਹੁਣ ਇਹਦੀ ਕਦਰ ਨਹੀਂ ਕਰਦੇ। ਹਾਂਜੀ, ਤੇ ਨਾਜ਼ਰੀਨ, ਹਾਜੀ ਸਾਹਿਬ ਨੇ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਇਹ ਇੱਕ ਸਬਕ ਆ, ਇਹ ਪੂਰੇ ਯੂਕੇ 'ਚ ਪੂਰੀ ਦੁਨੀਆ 'ਚ ਜੀ ਸਾਡੀ ਵੀਡੀਓ ਦੇਖਦੇ ਨੇ ਕਿ ਸਬਕ ਹੈ। ਮੈਂ ਇਹ ਰਿਕੁਐਸਟ ਕਰਾਂਗਾ ਪੂਰੇ ਆਪਣੇ ਜਿੰਨੇ ਪੰਜਾਬੀ ਆ, ਪਾਕਿਸਤਾਨੀ ਆ, ਦੇਖੋ ਬਜ਼ੁਰਗ ਜਦੋਂ ਬਾਪ ਹੋ ਜਾਂਦਾ, ਮਾਂ ਹੋ ਜਾਂਦੀ, ਉਹਦੀ ਖਿਦਮਤ ਕਰੋ, ਤੁਸੀਂ ਜੰਨਤ ਖੱਟਣੀ ਹੈ ਜੀ। ਉਸ ਮਾਂ ਬਾਪ ਦੇ ਤੁਹਾਨੂੰ ਪੜਾਇਆ ਲਿਖਾਇਆ, ਪ੍ਰਾਪਰਟੀ ਲੈ ਕੇ ਦਿੱਤੀ, ਹੁਣ ਜਦੋਂ ਉਹ ਜ਼ੀਵ ਹੋ ਗਿਆ ਤੁਸੀਂ ਉਹਨੂੰ ਪਾਣੀ ਦਾ ਘੁੱਟ ਨਹੀਂ ਪਿਲਾਉਂਦੇ। ਮੈਂ ਰਿਕੁਐਸਟ ਇਹ ਕਰਦਾ ਕਿ ਜਿਹਨਾਂ ਦੇ ਵਾਲਿदैन ਬੁੱਢੇ ਹੈਗੇ ਉਹਨਾਂ ਦੀ ਬੇਟਾ ਖਿਦਮਤ ਕਰੋ, ਆਪਣੀ ਜੰਨਤ ਵੀ ਕਮਾਓ। ਅੱਲਾ ਦਾ ਵੀ ਹੁਕਮ ਆ, ਹਜ਼ੂਰ ਪਾਕ ਦੀ ਵੀ ਹਦੀਸ ਆ, ਆਪਣੇ ਮਾਂ ਬਾਪ ਦਾ ਸੁਭਾਅ ਉੱਠ ਕੇ ਚਿਹਰਾ ਦੇਖੋ, ਉਮਰੇ ਜਿੰਨਾ ਸਵਾਬ ਪਾਓ। ਉਮਰਾ ਇੱਥੇ ਹੋ ਜਾਂਦਾ ਘਰ ਜੀ, ਬਿਲਕੁਲ। ਅਗਰ ਤੁਸੀਂ ਮਾਂ ਬਾਪ ਦੀ ਸਹੀ ਖਿਦਮਤ ਕਰਦੇ ਫਿਰ ਮਾਂ ਬਾਪ ਹੀ ਨਹੀਂ, ਤੁਹਾਡੀ ਫੁੱਫੀ ਆ, ਤੁਹਾਡਾ ਚਾਚਾ ਆ, ਜੇ ਕੋਈ ਬਜ਼ੁਰਗ ਆ, ਉਹ ਗਰੀਬ ਆ, ਤੁਸੀਂ ਉਹਨਾਂ ਦੀ ਜੇ ਹੈਲਪ ਕਰਦੇ ਹੋ, ਹਾਂਜੀ, ਤੁਸੀਂ ਜੰਨਤ ਕਮਾ ਰਹੇ ਹੋ। ਹਾਂਜੀ, ਬਸ। ਅੱਛਾ ਜੀ, ਜਿਸ ਤਰ੍ਹਾਂ ਜੀ ਹਾਜੀ ਸਾਹਿਬ ਨੇ ਇੱਕ ਮੈਸੇਜ ਦਿੱਤਾ, ਇਸ ਦੀ ਅੱਜ ਦੀ ਸਟੋਰੀ ਦਾ ਇਹ ਮੈਸੇਜ ਹੈ ਕਿ ਜਿਹੜੇ ਵੀ ਸਾਨੂੰ ਲੋਕ ਭੈਣ ਭਰਾ ਸਾਡੇ ਪੰਜਾਬੀ, ਇੰਡੀਅਨ ਹੋਣ ਜਾਂ ਪਾਕਿਸਤਾਨੀ ਹੁਣ ਦੇਖਦੇ ਆ ਕੋਈ ਦੁਨੀਆ 'ਤੇ, ਇਹ ਉਹਨਾਂ ਵਾਸਤੇ ਇੱਕ ਮੈਸੇਜ ਹੈ ਕਿ ਜਦੋਂ ਘਰ ਦਾ ਸਰਬਰਾਹ, ਜਦੋਂ ਬੰਦਾ ਘਰੋਂ ਨਿਕਲਦਾ ਬਾਹਰ, ਇੰਗਲੈਂਡ ਜਾਵੇ ਜਾਂ ਅਮਰੀਕਾ ਹੋਵੇ, ਜੋਬ ਕਰਦਾ 10-15 ਸਾਲ ਲਾਉਂਦਾ, ਜਦੋਂ ਇੱਥੇ ਯੂਕੇ 'ਚ ਆਉਂਦਾ ਵਾ, ਉਹ ਆਪਣੇ ਭੈਣਾਂ ਭਰਾਵਾਂ ਵਾਸਤੇ ਹੀ ਆਉਂਦਾ। ਜਦੋਂ ਉਹਦੀ ਭੈਣ ਭਰਾ ਸ਼ਾਦੀ ਕਰਦੇ ਆ, ਬੱਚੀ ਬਾਹਰ ਆ ਜਾਂਦੀ ਹੈ, ਬਾਹਰ ਆ ਕੇ ਕੁਝ ਸਾਲਾਂ ਬਾਅਦ ਉਹ ਫਿਰ ਆਪਣੇ ਬੰਦੇ ਨੂੰ ਕਹਿੰਦੀ ਕਿ ਪੈਸੇ ਘਰ ਨਹੀਂ ਕਰਨੇ, ਤੇ ਕਿੰਨੇ ਕਰਨੇ ਮੈਨੂੰ ਦੱਸ। ਇਹ ਚੀਜ਼ਾਂ ਜਿਹੜੀਆਂ ਨੇ ਨਾ, ਦੇਖੋ ਮੇਰੀ ਗੱਲ ਸੁਣੋ, ਮੈਂ ਤੇਰੀ ਗੱਲ ਟੋਕਦਾ, ਇਹ ਵੀ ਬੀਵੀ ਦੀ ਜ਼ਿਆਦਤੀ ਹੈ। ਮਾਂ ਬਾਪ ਦੀ ਤੁਸੀਂ ਖਿਦਮਤ ਕਰੋ। ਅਗਰ ਤੁਸੀਂ ਇੱਥੇ ਕੰਮ ਕਰਦੇ ਪਏ ਹੋ, ਤੁਹਾਡੇ ਵਾਲਿदैन ਦਾ ਹੱਕ ਹੈ, ਤੁਹਾਨੂੰ ਉਹਨਾਂ ਨੇ ਭੇਜਿਆ ਇੱਥੇ, ਪੜ੍ਹਾਇਆ, ਤੁਸੀਂ ਅਗਰ 40-50-30 ਪਾਉਂਡ ਅਗਰ ਮਹੀਨੇ ਦੇ ਤੁਸੀਂ ਭੇਜ ਦਿੰਦੇ ਹੋ, ਬੀਵੀ ਦਾ ਕੋਈ ਹੱਕ ਨਹੀਂ ਕਿ ਬੀਵੀ ਉਹਨੂੰ ਕਹੇ ਕਿ ਤੂੰ ਪੈਸੇ ਕਿਉਂ ਭੇਜਦਾ। ਕਿਉਂ? ਬੀਵੀ ਜਿਹੜੀ ਆ ਉਹਨੂੰ ਖਰਚਾ ਮਿਲਦਾ ਪਿਆ, ਬੱਚਿਆਂ ਨੂੰ ਖਰਚਾ ਮਿਲਦਾ ਪਿਆ। ਅਗਰ ਉਹ ਆਪਣੇ ਵਾਲਿदैन ਦੀ ਖਿਦਮਤ ਕਰ ਰਿਹਾ ਤਾਂ ਉਹਦਾ ਤੇ ਹੱਕ ਆ ਜੀ, ਇਸਲਾਮੀ, ਬਿਲਕੁਲ। ਉਹ ਇਹ ਸੁਨਨਤ ਆ। ਹਜ਼ੂਰ ਪਾਕ ਬਾਰ-ਬਾਰ ਕਹਿੰਦੇ ਮਾਂ ਬਾਪ ਦੀ ਖਿਦਮਤ ਕਰੋ, ਮਾਂ ਬਾਪ ਦੀ ਖਿਦਮਤ ਇੱਦਾਂ ਹੀ ਹੋਣੀ ਹੈ। ਤੂੰ ਇੰਗਲੈਂਡ ਆ ਗਿਆ, ਉਹਨਾਂ ਨੂੰ 4 ਪੈਸੇ ਭੇਜੋ, ਉਹ ਵੀ ਆਪਣੀ ਇੱਜ਼ਤ ਨਾਲ ਬਹਿ ਕੇ ਰੋਟੀ ਖਾ ਸਕਣ, ਖਾ ਸਕਣ। ਜੀ, ਬਿਲਕੁਲ ਜੀ। ਸਾਜ ਸਾਹਿਬ ਨੇ ਕਿਹਾ, ਉਹ ਜਿਹੜੀ ਖਾਤੂਨ ਹੈ ਉਹਦਾ ਕੰਮ ਹੀ ਨਹੀਂ ਬਣਦਾ, ਜਿਹੜਾ ਹਸਬੈਂਡ ਤੁਹਾਨੂੰ ਖਰਚਾ ਉਹਨੂੰ ਦੇ ਰਿਹਾ, ਸਭ ਕੁਛ ਕਰ ਰਿਹਾ, ਤੂੰ ਫਿਰ ਉਹਨੂੰ ਜ਼ਹਿਨੀ ਤੌਰ 'ਤੇ ਉਹਨੂੰ ਤਕਲੀਫ ਦੇਵੇਂ। ਫਿਰ ਐਂਡ 'ਤੇ ਦੇਖੋ ਉਹਦੀ ਔਰਤ ਜਿਹੜੀ ਹੈ ਉਹ ਹੁਣ ਇਕੱਲੀ ਰਹਿ ਗਈ ਆ, ਘਰੋਂ ਉਹਨੂੰ ਉਹਦੇ ਬੱਚਿਆਂ ਨੇ ਬਾਹਰ ਕੱਢ ਦਿੱਤਾ ਹੈ, ਬੰਦਾ ਉਹਦਾ ਮਰ ਗਿਆ ਹੈ, ਹੁਣ ਉਹ ਕਹਿੰਦੀ ਮੈਂ ਦੂਸਰੀ ਸ਼ਾਦੀ ਕਰਨਾ ਚਾਹੁੰਦੀ ਹਾਂ। ਹੁਣ ਦੇਖੋ ਉਹ ਕਹਿੰਦੀ ਉਹਨੂੰ ਪਛਤਾਵਾ ਹੈ ਕਿ ਮੈਂ ਜਿਸ ਤਰ੍ਹਾਂ ਮੇਰਾ ਹਸਬੈਂਡ ਬਿਮਾਰ ਸੀ, ਮੈਨੂੰ ਚਾਹੀਦੀ ਉਹਦੀ ਖਿਦਮਤ ਕਰਦੀ, ਮੈਂ ਉਹਨੂੰ ਖਿਦਮਤ ਕਰਨ ਦੀ ਬਜਾਏ ਉਹਨੂੰ ਜ਼ਹਿਨੀ ਅਜ਼ੀਅਤ ਦਿੰਦੀ ਰਹੀ, ਅਤੇ ਜ਼ਾਹਰ ਉਹਨੂੰ ਬ੍ਰੇਨ ਹੈਮਰੇਜ ਹੋ ਗਿਆ, ਉਹ ਦੁਨੀਆ ਤੋਂ ਚੱਲ ਗਿਆ। ਲੇਕਿਨ ਉਹਨੂੰ ਤਕਲੀਫ ਰਹੀ, ਇੱਕ ਦੁੱਖ ਹੋਇਆ ਬਾਅਦ, ਜਿਸ ਤਰ੍ਹਾਂ ਕਿ ਫੈਮਿਲੀ ਨੂੰ ਵੀ ਪਤਾ ਲੱਗ ਗਿਆ ਕਿ ਇਹਦੀ ਜ਼ਿਆਦਤੀ ਸੀ, ਤੰਗ ਕਰਦੀ ਰਹੀ। ਫਿਰ ਖਾਨਦਾਨ ਵਾਲਿਆਂ ਨੂੰ ਜੋ ਗੱਲ ਖੁੱਲ੍ਹ ਗਈ ਸਾਰੀ, ਹੁਣ ਕੋਈ ਨਹੀਂ ਉਹਨੂੰ ਬੁਲਾਉਂਦਾ ਵੀ ਕੋਈ ਨਹੀਂ, ਅਤੇ ਹੁਣ ਉਹ ਇੱਕ ਤਨਹਾਈ ਦਾ ਸ਼ਿਕਾਰ ਹੋਈ ਹੈ। ਉਹ ਹੁਣ ਰਿਸ਼ਤਾ ਲੱਭ ਰਹੀ ਹੈ, ਜੋ ਜਿਸ ਤਰ੍ਹਾਂ ਸਾਨੂੰ ਕਿਉਂਕਿ ਵੈਸੇ ਇੱਕ WhatsApp ਗਰੁੱਪ ਬਣਾਇਆ ਹੋਇਆ ਵਾ ਇੰਗਲੈਂਡ ਰਿਸ਼ਤਿਆਂ ਵਾਲਿਆਂ ਵਾਸਤੇ, ਜਿਹੜੇ ਫ੍ਰੀ ਆਫ ਚਾਰਜ ਹੈਗਾ ਗਰੁੱਪ, ਜਿਹਦਾ ਅਸੀਂ ਓਪਰੇਟ ਕਰਦੇ ਹਾਂ। 2000 ਬੰਦੇ ਵਿੱਚ ਇਨਵੋਲਵ ਹੈਗੇ, ਲੋਕ ਫੋਨ ਕਰਦੇ ਨੇ। ਇਹ ਅਸੀਂ ਮੁਖਤਲਿਫ ਟੌਪਿਕ 'ਤੇ ਗੱਲ ਕਰਿਆ ਕਰਨੀ। ਅੱਜ ਦਾ ਟੌਪਿਕ ਹੈ ਸੀ ਜੀ, ਇਨਸ਼ਾਅੱਲਾ ਮਿਲਦੇ ਰਹਾਂਗੇ, ਹਾਜੀ ਸਾਹਿਬ ਦੀਆਂ ਗੱਲਾਂ ਸੁਣਦੇ ਰਹਾਂਗੇ। ਇਹਨਾਂ ਦੀਆਂ ਜਿਹੜੀਆਂ ਆਉਣ ਵਾਲੇ ਵਕਤ ਮੁਖਤਲਿਫ ਚੀਜ਼ਾਂ 'ਤੇ ਜਿਹੜੇ ਟੌਪਿਕ, ਅਗਲਾ ਟੌਪਿਕ ਵੀ ਸਾਡੇ ਘਰ ਆ, ਉਹ ਵੀ ਦੇਖਿਓ, ਅਤੇ ਹਾਜੀ ਸਾਹਿਬ ਦੀਆਂ ਜਿਹੜੀਆਂ ਗੱਲਾਂ, ਪਿਆਰੀਆਂ ਗੱਲਾਂ ਵੀ ਸੁਣੀਓ। ਅਤੇ ਇਨਸ਼ਾਅੱਲਾ ਜਲਦ ਮੁਲਾਕਾਤ ਹੁੰਦੀ ਜੀ। ਆਪਣਾ ਖਿਆਲ ਰੱਖਿਓ। ਅੱਲਾ ਨੇ